ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਸਭ ਨੂੰ ਵਧਾਈਆਂ ਹੋਣ। ਗੁਰੂ ਅੰਗਦ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ ਪਿਤਾ ਸਨ ਉਹ ਧਾਰਮਿਕ ਵਿਅਕਤੀ ਸਨ। ਜਿੱਥੋਂ ਉਹਨਾਂ ਨੂੰ ਧਰਮ ਦੀ ਲਗਨ ਲੱਗੀ, ਛੋਟੀ ਅਵਸਥਾ ਵਿੱਚ ਹੀ ਪਿਤਾ ਜੀ ਫਾਨੀ ਸੰਸਾਰ ਤੋਂ ਕੂਚ ਕਰ ਗਏ ਨੇ। ਫਿਰ ਉਹ ਆਪਣੇ ਭੂਆ ਦੇ ਪਿੰਡ ਖਡੂਰ ਸਾਹਿਬ ਦੀ ਧਰਤੀ 'ਤੇ ਆ ਜਾਂਦੇ ਨੇ। ਇੱਥੇ ਵੀ ਆਪਣਾ ਪਿਤਾ ਪੁਰਖੀ ਜਿਹੜਾ ਧਰਮ ਕਰਮ ਸੀ, ਧਰਮ ਸਥਾਨਾਂ 'ਤੇ ਜਾਣਾ, ਯਾਤਰਾ ਕਰਨੀ, ਉਹ ਜਾਰੀ ਰੱਖਿਆ। ਅਤੇ ਪਿੰਡ ਦੇ ਵਿੱਚ ਕਿਤੇ ਸਮਾਂ ਪਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਸਿੱਖੀ ਦਾ ਦੀਵਾ ਜਗਾ ਕੇ ਭਾਈ ਜੋਧ ਦਾ ਗੁਰੂ ਅੰਗਦ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪਹਿਲਾ ਨਾਂ ਲੈਣਾ ਹੈ। ਜਦੋਂ ਭਾਈ ਜੋਧ ਜੀ ਅੰਮ੍ਰਿਤ ਵੇਲੇ ਗੁਰੂ ਕੀ ਬਾਣੀ ਦਾ ਜਾਪ ਕਰਦੇ ਨੇ, ਆਸਾ ਦੀ ਵਾਰ, ਉਦੋਂ ਕੇਵਲ ਪੌੜੀਆਂ ਹੁੰਦੀਆਂ ਸੀ, ਸ਼ਲੋਕ ਮਹੱਲੇ ਨਹੀਂ ਸੀ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਬਾਦਾਂ ਨਾਲ ਅੰਕਿਤ ਕੀਤੇ ਨੇ। ਜਿਹੜੇ ਗੁਰੂ ਸਾਹਿਬਾਂ ਨੇ ਆਪ ਪੌੜੀਆਂ ਰਚੀਆਂ ਨੇ, ਉਹ ਕੇਵਲ ਜਿਹੜੀ ਵਾਰਾਂ ਰਚੀਆਂ ਨੇ, ਕੇਵਲ ਪੌੜੀਆਂ ਹੀ ਹੁੰਦੀਆਂ ਸਨ। ਅਤੇ ਉਹਨਾਂ ਦੀ ਇੱਕ ਪੌੜੀ ਆਉਂਦੀ ਸੀ, ਜਿਤ ਸੇਵੈ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ। ਭਾਈ ਜੋਧ ਜੀ ਅੰਮ੍ਰਿਤ ਵੇਲੇ ਕਿ ਪਿੰਡੋਂ ਬਾਹਰ ਕਿਸੇ ਇਕਾਂਤ ਜਗ੍ਹਾ 'ਤੇ ਬੈਠ ਕੇ ਅੰਮ੍ਰਿਤ ਵੇਲੇ ਪੜ੍ਹਦੇ ਨੇ ਅਤੇ ਸ਼੍ਰੀ ਲਹਿਣਾ ਜੀ ਸੁਣਦੇ ਨੇ। ਅਤੇ ਸ਼੍ਰੀ ਲਹਿਣਾ ਜੀ ਦਾ ਹਿਰਦਾ ਬੜਾ ਕੋਮਲ ਹੈ ਅਤੇ ਸ਼ਬਦ ਚੋਟ ਬੜੀ ਮਾਰਦਾ ਹੈ। ਜਿਸ ਤਰ੍ਹਾਂ ਇੱਕ ਸੋਟੀ ਲੈ ਕੇ, ਡੰਡਾ ਲੈ ਕੇ ਫੁੱਲ ਨੂੰ ਮਾਰੀਏ ਨਾ, ਅਤੇ ਫੁੱਲ ਖਿੰਡ ਜਾਂਦਾ ਹੈ, ਟੁੱਟ ਜਾਂਦਾ ਹੈ, ਖਿੱਲਰ ਜਾਂਦਾ ਹੈ। ਉਹੀ ਸੋਟੀ ਜਦੋਂ ਅਸੀਂ ਪੱਥਰ ਦੇ ਮਾਰਾਂਗੇ, ਲੋਹੇ ਦੇ ਮਾਰਾਂਗੇ, ਅਤੇ ਉਹਨੇ ਨਹੀਂ ਖਿੰਡਣਾ, ਸੋਟੀ ਨੇ ਟੁੱਟ ਜਾਣਾ ਹੈ। ਗੁਰੂ ਅੰਗਦ ਸਾਹਿਬ ਦਾ ਹਿਰਦਾ ਫੁੱਲ ਵਰਗਾ ਬੜਾ ਕੋਮਲ ਹੈ ਅਤੇ ਸ਼ਬਦ ਚੋਟ ਬੜੀ ਕਰਦਾ ਹੈ। ਜਿਤ ਸੇਵਿਐ ਸੁਖ ਪਾਈਐ, ਜਿਸ ਦੀ ਸੇਵਾ ਕੀਤਿਆਂ ਸੁੱਖ ਮਿਲਦਾ ਹੈ। ਸੋ ਸਾਹਿਬ ਉਹ ਕੌਣ ਵਾ? ਉਸ ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਉਹ ਕੌਣ ਵਾ? ਉਹ ਸਾਹਿਬ ਵਾ। ਜਿਤ ਸੇਵਿਐ, ਜਿਹਦੀ ਸੇਵਾ ਕੀਤਿਆਂ ਸੁੱਖ ਮਿਲਦਾ, ਉਹ ਕੌਣ ਹੈ? ਉਹ ਸਾਹਿਬ ਹੈ। ਅਤੇ ਜਿਸ ਕੀ ਸੇਵਾ ਕੀਤਿਆਂ ਫਿਰ ਲੇਖਾ ਮੰਗੀ, ਸਾ ਸੇਵਾ ਔਖੀ ਹੋਈ ਭਾਈ। ਸੇਵਾ ਕਰੋ ਹਰ ਗੁਰ ਸਬਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਦੂਜੀ ਸੇਵਾ ਜੀਵਨ ਬਰਥਾ। ਮਾਨਸ ਸੇਵਾ ਸਦਾ ਦੁਖਾਲੀ, ਸਾਧ ਕੀ ਸੇਵਾ ਸਦਾ ਸਹੇਲੀ। ਦੂਜੀ ਸੇਵਾ ਜੀਵਨ ਬਰਥਾ, ਕਬੂ ਨ ਹੋਈਏ ਜੀਵਨ ਅਰਥਾ। ਜੇ ਲੋੜੇ ਸਦਾ ਸੁਖ ਪਾਈ, ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਅਤੇ ਗੁਰੂ ਅੰਗਦ ਸਾਹਿਬ ਇਕਾਂਤ ਬੈਠੇ ਹੋਏ ਨੇ, ਭਾਈ ਜੋਧ ਜੀ ਪੜ੍ਹ ਰਹੇ ਨੇ ਅਤੇ ਬੜਾ ਚੋਟ ਕਰ ਰਿਹਾ ਇਹ ਸ਼ਬਦ ਸੁਣਦੇ ਨੇ। ਅਤੇ ਭੋਗ ਤੋਂ ਬਾਅਦ ਗੁਰੂ ਅੰਗਦ ਸਾਹਿਬ ਸ਼੍ਰੀ ਲਹਿਣਾ ਜੀ ਭਾਈ ਜੋਧ ਨੂੰ ਪੁੱਛਦੇ ਨੇ, ਇਹ ਕਿਸ ਨੇ ਲਿਖਿਆ ਹੋਇਆ ਇਸ ਤਰ੍ਹਾਂ? ਇਹ ਕੌਣ ਨੇ ਜਿੱਦਾਂ ਦੀ ਤੁਸੀਂ ਇਹ ਮੰਤਰ ਪੜ੍ਹਦੇ ਜੇ ਤੁਸੀਂ? ਜਿਤ ਸੇਵਿਐ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ। ਜਿਤ ਕੀਤਾ ਪਾਈਏ ਆਪਣਾ, ਪਹਿਲਾਂ ਹੈ ਜਿਤ ਸੇਵੇ, ਹੋਣਗੇ ਜਿਤ ਕੀਤਾ ਪਾਈਏ ਆਪਣਾ, ਸੋ ਕਾਲ ਬੁਰੀ ਕਿਉਂ ਘਾਲੀਐ। ਜਦੋਂ ਪਤਾ ਲੱਗ ਜੇ ਬੰਦੇ ਨੂੰ ਕਿ ਮੈਂ ਜਿਹੜਾ ਕਰਮ ਕਰ ਰਿਹਾ ਇਹਦੀ ਮੈਨੂੰ
ਦੁੱਖ ਸੁੱਖ ਭੋਗਣਾ ਪੈਣਾ। ਸੇਬ ਕਹਿੰਦੇ ਫਿਰ ਬੰਦਾ ਉਹ ਘਾਲਣਾ ਹੀ ਨਹੀਂ ਘਾਲਦਾ। ਕਿ ਜਿੱਤ ਸੇਵਿਆ ਜਿਹਦੀ ਘਾਲਣਾ ਘਾਲਣ ਦੇ ਨਾਲ, ਜਿੱਤ ਸੇਵਿਆ ਸੁਖ ਪਾਈਏ ਸੋ ਸਾਹਿਬ, ਉਹ ਸਾਹਿਬ ਵਾ, ਉਹਨੂੰ ਸੰਭਾਲੀਏ, ਉਸ ਨੂੰ ਸੰਭਾਲਣਾ ਹੀ ਉਸ ਨੂੰ ਘਾਲਣਾ ਹੈ। ਸੋ ਸਾਹਿਬ ਸਦਾ ਜਿੱਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ। ਜਿੱਤ ਸੇਵੀਏ ਸੁਖ ਪਾਈ, ਉਸ ਸਾਹਿਬ ਸਦਾ ਸੰਭਾਲੀਏ। ਤੇ ਬੁਰੀ ਘਾਲ ਕਿਉਂ ਘਾਲਣੀ ਫਿਰ, ਜਦੋਂ ਪਤਾ ਲੱਗ ਜਾਂਦਾ। ਤਾਂ ਇਹ ਜਦੋਂ ਗੁਰੂ ਅੰਗਦ ਸਾਹਿਬ ਸ਼ਬਦ ਨੂੰ ਸੁਣਦੇ ਨੇ ਤੇ ਪੁੱਛਦੇ ਨੇ ਇਹ ਕੌਣ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਵਿਚਾਰਧਾਰਾ ਲਿਖੀ ਹੋਈ ਹੈ। ਫਿਰ ਗੁਰੂ ਅੰਗਦ ਸਾਹਿਬ ਨੂੰ ਭਾਈ ਲਹਿਣਾ ਜੀ ਨੂੰ ਭਾਈ ਜੋਧ ਜੀ ਦੱਸਦੇ ਨੇ, ਗੁਰੂ ਨਾਨਕ ਸਾਹਿਬ ਬਾਰੇ ਜਾਣਕਾਰੀ ਦਿੰਦੇ ਨੇ ਤੇ ਕਹਿੰਦੇ ਨੇ ਅਸੀਂ ਫਿਰ ਐਰਕੀ ਜਦੋਂ ਜਥਾ ਲੈ ਕੇ ਜਾਵਾਂਗੇ ਜ਼ਰੂਰ ਕਰਤਾਰਪੁਰ ਸਾਹਿਬ ਉਹਨਾਂ ਦਾ ਦਰਸ਼ਨ ਕਰਕੇ ਆਵਾਂਗੇ, ਜਾਂਦੇ ਜਾਂਦੇ ਜ਼ਰੂਰ ਦਰਸ਼ਨ ਪਰਸਨ ਕਰਾਂਗੇ। ਫਿਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਲੈਣ ਉੱਥੇ ਮਿਲਦੇ ਨੇ ਜਾ ਕੇ ਗੁਰੂ ਅੰਗਦ ਸਾਹਿਬ ਜੀ ਕਰਤਾਰਪੁਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਤੇ ਪਹਿਲੀ ਮਿਲਣੀ ਵਿੱਚ ਹੀ ਸਭ ਕੁਝ ਹੋ ਗਿਆ ਹੈ। ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਉਡੀਕ ਰਹੇ ਸਨ, ਉਹ ਉਡੀਕ ਰਹੇ ਸਨ, ਇਹ ਲੱਭ ਰਹੇ ਸਨ। ਤੇ ਉਡੀਕਣ ਵਾਲੇ ਨੂੰ ਉਹ ਲੱਭ ਗਿਆ ਤੇ ਲੱਭਣ ਵਾਲੇ ਨੂੰ ਉਹ ਲੱਭ ਗਿਆ। ਬਖਸ਼ਿਆਂ ਕਰ ਦਿੱਤੀਆਂ ਪਹਿਲੇ ਦਿਨ ਸਾਰੀਆਂ ਹੀ। ਤੈਂ ਧਰਿਓ ਮਸਤਕ ਹੱਥ, ਹੱਥ ਧਰ ਦਿੱਤਾ। ਜਿੱਥੇ ਗੁਰੂ ਨਾਨਕ ਸਾਹਿਬ ਦਾ ਹੱਥ ਆ ਗਿਆ ਉੱਥੇ ਸਭ ਕੁਛ ਹੀ ਆ ਗਿਆ। ਜੋ ਹੋਣਾ ਸੀ, ਬੜੀਆਂ ਬੜੀਆਂ ਜੋ ਯੋਗ ਸਾਧਨਾ ਨਾਮ ਨਹੀਂ ਹੁੰਦਾ ਅੰਦਰ, ਉਹ ਇੱਕੇ ਵਾਰੀ ਹੱਥ ਰੱਖਣਾ ਹੀ ਸਭ ਕੁਛ ਸ਼੍ਰੀ ਲਹਿਣਾ ਜੀ ਦੇ ਹੋ ਗਿਆ। ਜਦੋਂ ਸਭ ਕੁਛ ਹੋ ਗਿਆ ਤੇ ਸਾਥੀ ਕਹਿੰਦੇ ਨੇ ਅੱਗੇ ਚੱਲ ਗਏ, ਹੁਣ ਯਾਤਰਾ ਤੇ ਜਾਣਾ ਹੈ। ਸ਼੍ਰੀ ਲਹਿਣਾ ਜੀ ਕਹਿਣ ਲੱਗੇ ਹੁਣ ਲੋੜ ਨਹੀਂ ਹੈ, ਤੁਸੀਂ ਜਾਣਾ ਤੇ ਜਾਓ, ਮੈਨੂੰ ਲੋੜ ਨਹੀਂ ਹੈ ਜਾਣ ਦੀ। ਜਦੋਂ ਪੂਰਿਆਂ ਮਹਾਂਪੁਰਖਾਂ ਦਾ ਸੰਗ ਹੋ ਜੇ ਫਿਰ ਸਭ ਤੀਰਥ ਯਾਤਰਾ, ਤੀਰਥ ਤੈਂ ਤੀਰਥ ਵਰਤ ਤਪ ਸਾਰੇ ਤੀਰਥ ਹੋ ਜਾਂਦੇ ਨੇ, ਸਾਰੇ ਜਪ ਤਪ ਸੰਜਮ ਸਭ ਕੁਝ ਹੋ ਜਾਂਦਾ ਜਦੋਂ ਕੋਈ ਮਹਾਂਪੁਰਖ ਮਿਲ ਜਾਂਦਾ ਹੈ। ਸਾਧ ਕੇ ਦਰਸ਼ਨ ਨੂੰ ਪੂਰਨ ਇਸ਼ਨਾਨ ਮੰਨਿਆ ਗਿਆ ਜੀ। ਤੇ ਸ਼੍ਰੀ ਗੁਰੂ ਅੰਗਦ ਸਾਹਿਬ ਸ਼੍ਰੀ ਲਹਿਣਾ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਪੁਰਖਾ ਤੁਸੀਂ ਅੱਗੇ ਨਹੀਂ ਜੇ ਜਾਣਾ, ਹੁਣ ਤੁਹਾਡੀ ਮਰਜ਼ੀ ਹੈ। ਗੁਰੂ ਨਾਨਕ ਸਾਹਿਬ ਕਿਤੇ ਉੱਤੇ ਧੱਕੇਸ਼ਾਹੀ ਨਹੀਂ ਕਰਦੇ, ਕਿਸੇ ਨੂੰ ਨਹੀਂ ਕਹਿੰਦੇ ਮੇਰਾ ਸਿੱਖ ਬਣ ਜਾ, ਕਿਸੇ ਨੂੰ ਨਹੀਂ ਰੋਕਦੇ, ਧੱਕੇਸ਼ਾਹੀ ਨਹੀਂ, ਗਿਆਨ ਦਿੰਦੇ ਸੀ ਤੇ ਗਿਆਨ ਦੁਆਰਾ ਅਗਲਾ ਮੰਨ ਜਾਂਦਾ ਸੀ। ਹੋਏ ਪ੍ਰਵਾਣਾ ਕਰੇ ਧਿਆਨ, ਕਰ ਲੱਖਣ ਵਿਚਾਰ। ਇਹ ਧੱਕੇ ਜੋਰੀ ਵੀ ਇੱਕ ਕਲਯੁਗ ਦਾ ਲੱਛਣ ਦੱਸਿਆ ਬਾਣੀ ਨੇ। ਹੋਏ ਪ੍ਰਵਾਣਾ ਕਰੇ ਧਿਆਨ, ਕਰ ਲੱਖਣ ਵਿਚਾਰ। ਸ਼੍ਰੀ ਗੁਰੂ ਨਾਨਕ ਜੀ ਸਾਹਿਬ ਜੀ ਕਹਿਣ ਲੱਗੇ ਜੇ ਪੁਰਖਾ ਅੱਗੇ ਨਹੀਂ ਜਾਣਾ ਤੇ ਕਰੀ ਤੁਸੀਂ ਖਡੂਰ ਸਾਹਿਬ ਜਾਇਓ ਜੇ, ਤੇ ਘਰ ਦਾ ਕੰਮ ਕਾਜ ਸਾਂਭ ਕੇ ਦੁਕਾਨ ਬੰਦ ਕਰਕੇ ਸਾਡੇ ਕੋਲ ਆ ਜਿਓ ਜੀ। ਫਿਰ ਹੁਣ ਤੁਸੀਂ ਜਾਓ ਖਡੂਰ ਸਾਹਿਬ। ਫਿਰ ਗੁਰੂ ਅੰਗਦ ਸਾਹਿਬ ਸ਼੍ਰੀ ਲਹਿਣਾ ਜੀ ਫਿਰ ਖਡੂਰ ਸਾਹਿਬ ਆਉਂਦੇ ਨੇ ਤੇ ਇੱਥੇ ਫਿਰ ਆਣ ਕੇ ਆਪਣੀ ਜੋ ਧਰਮ ਦੀ ਮੂਰਤੀ ਸੀ ਮਾਤਾ ਖੀਵੀ ਜੀ ਦੇ ਰਿਸ਼ਤੇ ਵਿੱਚ ਉਹਨਾਂ ਦੇ ਭੂਆ ਜੀ ਲੱਗਦੇ ਸਨ, ਤੇ ਬਲਵੰਡ ਖੀਵੀ ਨੇਕ ਜਨ ਮਾਤਾ ਖੀਵੀ ਜੀ ਉਹਨਾਂ ਦੇ ਧਰਮ ਪਤਨੀ ਲੱਗਦੇ ਸਨ, ਜੋ ਸ਼ਾਂਤੀ ਦੀ ਮੂਰਤੀ ਸਨ, ਜਿਹਦੇ ਬਾਰੇ ਲਿਖਿਆ ਕਿ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ। ਬੜੀ ਉਹਦੀ ਗੂੜੀ ਛਾਂ ਆ ਮਾਤਾ ਖੀਵੀ ਦੀ, ਇੰਨਾ ਮਿੱਠਾ ਸੁਭਾਅ ਕਹਿ ਲਓ ਕਿ ਜਿਹੜਾ ਛਾਂ ਥੱਲੇ ਆ ਗਿਆ ਮੁੜ ਕੇ ਉਹਦਾ ਉੱਠਣ ਨੂੰ ਜੀਅ ਨਹੀਂ ਕੀਤਾ। ਛਾਂ ਹੀ ਬੜੀ ਠੰਡੀ, ਸੁਭਾਅ ਹੀ ਬੜਾ ਠੰਡਾ ਹੈ ਮਾਤਾ ਖੀਵੀ ਜੀ ਦਾ। ਬਲਵੰਡ ਖੀਵੀ ਨੇਕ ਜਨ ਜਿਸ ਜੋ ਬਹੁਤੀ ਛਾਂ ਪਤਰਾਲੀ।
बड़े पत्तियां वाली छां, जानी कि बड़ी गूढ़ी छां, बड़े मिठे सुभाਅ ਦੇ ਨੇ ਮਾਤਾ ਖੀਵੀ ਜੀ। ਉਹ ਮਾਤਾ ਉਹਨਾਂ ਦੇ ਜਿਹੜੇ ਭੂਆ ਜੀ ਮਾਈ ਭਰਾ ਜੀ ਅਤੇ ਮਾਤਾ ਖੀਵੀ ਜੀ ਨਾਲ ਵਿਚਾਰ ਕਰਦੇ ਨੇ ਕਿ ਅਸੀਂ ਹੁਣ ਕਰਤਾਰਪੁਰ ਸਾਹਿਬ ਜਾਣਾ ਵਾ। ਇਹ ਘਾਲਣਾ ਅੰਦਰ ਬੈਠ ਕੇ ਨਹੀਂ ਘਾਲੀਆਂ ਜਾਂਦੀਆਂ। ਇਹ ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ, ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ, ਸਤਿਗੁਰ ਕੀ ਸੇਵੇ ਲੱਗਿਆਂ ਭਵਜਲ ਤਰਿਆ ਸੰਸਾਰ। ਕਹਿਣ ਲੱਗੇ ਅਸੀਂ ਹੁਣ ਕਰਤਾਰਪੁਰ ਸਾਹਿਬ ਜਾਣਾ ਹੈ। ਅਤੇ ਮਾਤਾ ਭਰਾਈ ਜੀ ਜੋ ਭੂਆ ਜੀ ਲੱਗਦੇ ਸਨ, ਉਹਨਾਂ ਨੇ ਆਖਿਆ ਕੋਈ ਗੱਲ ਨਹੀਂ, ਜੇ ਤੁਹਾਨੂੰ ਉਹਨਾਂ ਮਹਾਂਪੁਰਖਾਂ ਨੇ ਸੱਦ ਲਿਆ ਹੈ, ਤੁਹਾਡੀ ਤਾਂ ਬਹੁਤ ਵੱਡੀ ਕਿਸਮਤ ਜਾਗੀ, ਤੁਹਾਨੂੰ ਉਹਨਾਂ ਨੇ ਸੱਦਿਆ ਹੋਇਆ ਜੇ। ਜਦੋਂ ਕੋਈ ਗੁਰੂ ਪੀਰ ਸੱਦੇ ਨਾ, ਕੋਈ ਬਖਸ਼ਾਂ ਕਰਦੇ ਹੁੰਦੇ ਜੇ ਉਹ। 10ਵੇਂ ਪਾਤਸ਼ਾਹ ਨੇ ਵਿਸਾਖੀ ਤੋਂ 6 ਮਹੀਨੇ ਪਹਿਲਾਂ ਚਿੱਠੀਆਂ ਲਿਖੀਆਂ ਨੇ, ਸਾਡੇ ਕੋਲ ਜ਼ਰੂਰ ਆਇਓ ਜੇ, ਅਸੀਂ ਬਖਸ਼ਾਂ ਕਰਨੀਆਂ ਨੇ। ਅਤੇ ਮਾਤਾ ਭਰਾਈ ਜੀ ਕਹਿਣ ਲੱਗੇ ਜੇ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਕਰਤਾਰਪੁਰ ਸੱਦਿਆ ਅਤੇ ਜ਼ਰੂਰ ਗੁਰਬਖਸ਼ਾਂ ਕਰਨਗੇ, ਤੁਸੀਂ ਜ਼ਰੂਰ ਜਾਇਓ ਜੇ। ਤੁਹਾਡੇ ਬਾਲ ਬੱਚਿਆਂ ਨੂੰ ਅਸੀਂ ਸਾਂਭ ਲਵਾਂਗੇ, ਕੋਈ ਗੱਲ ਨਹੀਂ, ਹੱਟੀ ਬੰਦ ਕਰ ਦਿਓ ਤੁਸੀਂ, ਜੇ ਉਹਨਾਂ ਨੇ ਕਿਹਾ ਤਾਂ। ਛੋਟੀ ਜਿਹੀ ਹੱਟੀ ਹੈ ਜਿੱਥੋਂ 4 ਬੱਚਿਆਂ ਅਤੇ 5ਵੀਂ ਮਾਤਾ ਖੀਵੀ ਜੀ ਦੀ ਪਾਲਣਾ ਹੋ ਰਹੀ ਹੈ, ਹੁਣ ਉਹ ਹੱਟੀ ਬੰਦ ਹੋ ਜਾਣੀ ਹੈ। ਮਾਤਾ ਖੀਵੀ ਮਾਤਾ ਭਰਾਈ ਜੀ ਨੇ ਵੀ ਕਿਹਾ ਕੋਈ ਗੱਲ ਨਹੀਂ, ਜਾਓ ਤੁਸੀਂ, ਅਸੀਂ ਬੱਚੇ ਤੁਹਾਡੇ ਪਾਲ ਲਾਂਗੇ, ਤੁਸੀਂ ਜਾਓ ਜੀ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪਹਿਲਾ ਨਾਂ ਲੈਣ ਆਏ, ਉਹ ਖਡੂਰ ਸਾਹਿਬ ਦੀ ਧਰਤੀ ਤੋਂ ਕਰਤਾਰਪੁਰ ਨੂੰ ਤੁਰ ਜਾਂਦੇ ਨੇ। ਅਤੇ ਸ਼ਬਦ ਨੇ ਚੋਟ ਮਾਰੀ ਹੋਈ ਹੈ, ਸ਼ਬਦ ਅੰਦਰ ਵਸਿਆ ਹੋਇਆ ਵਾ, ਬੜੇ ਗੰਭੀਰ, ਬੜੇ ਧਿਆਨ ਦੇ ਵਿੱਚ, ਗੁਰੂ ਦੇ ਧਿਆਨ ਵਿੱਚ ਖਡੂਰ ਸਾਹਿਬ ਦੀ ਧਰਤੀ ਤੋਂ ਤੁਰ ਪੈਂਦੇ ਨੇ। ਕਿੱਦਾਂ ਦਾ ਮਾਹੌਲ ਹੋਏਗਾ ਜਦੋਂ ਬੱਚਿਆਂ ਨੂੰ ਛੱਡ ਕੇ ਇੱਕ ਪਿਤਾ ਜਾ ਰਿਹਾ, ਇੱਕ ਜਵਾਨ ਪਤਨੀ ਨੂੰ ਛੱਡ ਕੇ ਇੱਕ ਪਤੀ ਜਾ ਰਿਹਾ, ਅਤੇ ਜਿਸ ਮਰਦ ਕੋ ਜਾ ਰਿਹਾ ਉਹਨੇ ਪਤਾ ਨਹੀਂ ਕਿੰਨਾ ਚਿਰ ਆਪਣੇ ਕੋਲ ਰੱਖਣਾ, ਪਤਾ ਹੀ ਨਹੀਂ ਹੈ। ਇਹ ਫਿਰ ਖਡੂਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਸ਼੍ਰੀ ਲਹਿਣਾ ਜੀ ਕਰਤਾਰਪੁਰ ਸਾਹਿਬ ਆ ਜਾਂਦੇ ਨੇ, ਅਤੇ ਇੱਥੇ 7 ਸਾਲ ਲੰਮੀ ਘਾਲਣਾ ਘਾਲਦੇ ਨੇ। ਗੁਰੂ ਕਾ ਇਸ਼ਨਾਨ ਅੰਮ੍ਰਿਤ ਵੇਲੇ, ਗੁਰੂ ਕੇ ਬਸਤਰ, ਧਰਮਸ਼ਾਲਾ ਦੀ ਸਫਾਈ, ਆਈਆਂ ਗਈਆਂ ਸੰਗਤਾਂ ਵਾਸਤੇ ਲੰਗਰ ਤਿਆਰ ਕਰਨਾ। ਗੁਰੂ ਨਾਨਕ ਸਾਹਿਬ ਦਾ ਪਰਿਵਾਰ ਤਾਂ ਉੱਥੇ ਰਹਿੰਦਾ ਨਹੀਂ ਸੀ, ਭਾਈ ਲਹਿਣਾ ਹੀ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਗੁਰੂ ਨਾਨਕ ਸਾਹਿਬ ਨੂੰ ਛਕਾਉਂਦੇ ਨੇ, ਉਹਨਾਂ ਦੇ ਬਸਤਰ ਧੋਂਦੇ ਨੇ, ਰਾਤ ਨੂੰ ਪੱਖਾ ਫੇਰਦੇ ਨੇ, ਪੱਖਾ ਫੇਰੀ ਪਾਣੀ ਢੋਵਾਂ। ਇੱਦਾਂ ਦੀ ਫਿਰ ਲੰਮੀ ਘਾਲਣਾ ਘਾਲੀ 7 ਸਾਲ, ਅਤੇ 7 ਸਾਲਾਂ ਬਾਅਦਾਂ ਫਿਰ ਲੈਣੇ ਦੀ ਫਰਾਈਆ ਨਾਨਕਾ ਦੋਹੀ ਖੱਟੀਏ, ਜੋ ਦੋਹਾ ਜੋ ਕੁਤ ਸਹਿ ਕਾਇਆ ਫੇਰ ਪਲਟੀਏ। ਝੁਲੇ ਸੋ ਸਤ ਨਿਰੰਜਣੀ, ਸੇਵਾ ਘਾਲਣਾ ਤੋਂ ਬਾਅਦਾਂ ਪਏ ਕਬੂਲ ਖਸਮ ਨਾਲ, ਜਾਂ ਘਾਲ ਮਰਦੀ ਘਾਲੀ, ਮਰਦਾਂ ਵਾਲੀ ਘਾਲਣਾ ਤੋਂ ਬਾਅਦਾਂ ਫਿਰ ਜਦੋਂ ਕਬੂਲ ਹੋ ਗਏ। ਸੋ ਝੁਲੇ ਸੋ ਸਤ ਨਿਰੰਜਣੀ, ਮਲ ਤਖਤ ਬੈਠਾ ਸੈ ਹੱਟੀਏ, ਹੋਵੇ ਸਿਫਤ ਖਸਮ ਦੀ। ਉਹ ਫਿਰ ਬਖਸ਼ਾਂ ਲੈ ਕੇ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਫਿਰ 7 ਸਾਲਾਂ ਬਾਅਦ ਖਡੂਰ ਸਾਹਿਬ ਆ ਜਾਂਦੇ ਨੇ। ਇੱਥੇ ਮੈਂ ਇੱਕ ਅਹਿਮ ਗੱਲ ਵੱਲ ਧਿਆਨ ਦਿਵਾਉਣਾ ਚਾਹੁੰਦਾ ਵੀ ਅਸੀਂ ਕਹਿੰਦੇ ਹਾਂ ਕਿ ਸ਼ਬਦ ਗੁਰੂ ਆ। ਜੇ ਸ਼ਬਦ ਹੀ ਗੁਰੂ ਆ, ਜਦੋਂ ਸਿੱਧਾ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ, ਕਿਹੜਾ ਹੈ, ਸ਼ਬਦ ਵਾ, ਉਹਨਾਂ ਕਿਹਾ ਸ਼ਬਦ ਗੁਰੂ ਆ, ਬਾਣੀ ਗੁਰੂ ਆ। ਜੇ ਸ਼ਬਦ ਹੀ ਗੁਰੂ ਆ ਅਤੇ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਫਿਰ ਲੈਣੇ ਨੂੰ ਗੁਰੂ ਕਿਉਂ ਥਾਪਿਆ?
ਇਹ ਬੜਾ ਗੰਭੀਰ ਇੱਕ ਵਿਚਾਰ ਜੇ ਵੀ ਸ਼ਬਦ ਹੀ ਗੁਰੂ ਆ। ਤੇ ਫਿਰ ਸ਼ਬਦ ਤਾਂ ਗੁਰੂ ਨਾਨਕ ਸਾਹਿਬ ਦੇ ਕੋਲ ਹੈਗੇ ਸਨ, ਪੋਥੀ ਲਿਖੀ ਸੀ ਉਹਨਾਂ ਨੇ, ਤੇ ਸ਼ਬਦ ਗੁਰੂ ਦੇ ਹੁੰਦਿਆਂ ਫਿਰ ਲੈਣੇ ਨੂੰ ਗੁਰੂ ਕਿਉਂ ਥਾਪ ਦਿੱਤਾ ਹੈ? ਇਹ ਵਿਚਾਰਨ ਵਾਲੀ ਗੱਲ ਹੈ। ਵੇਖੋ ਸ਼ਬਦ ਕੀ ਹੁੰਦਾ ਹੈ? ਸ਼ਬਦ ਇੱਕ ਬੀਜ ਹੁੰਦਾ ਹੈ। ਜੇ ਸ਼ਬਦ ਨੂੰ ਅਸੀਂ ਬੀਜ ਮੰਨ ਲਈਏ ਤਾਂ ਉਹਦੇ ਵਾਸਤੇ ਧਰਤੀ ਚਾਹੀਦੀ ਆ, ਅਤੇ ਸ਼ਬਦ ਨੂੰ ਬੀਜਣ ਵਾਸਤੇ ਵੀ ਚਾਹੀਦਾ ਬੰਦਾ। ਜਿੱਦਾਂ ਕਿ ਘੜੀਏ ਸ਼ਬਦ, ਸ਼ਬਦ ਨੇ ਹੀ ਘੜਨਾ ਹੈ। ਘੜੀਏ ਸ਼ਬਦ ਸੱਚੀ ਟਕਸਾਲ, ਸ਼ਬਦ ਨੇ ਹੀ ਘੜਨਾ ਹੈ। ਜਿੱਦਾਂ ਲੱਕੜ ਨੂੰ ਕੋਈ ਤਰਖਾਣ ਘੜਨਾ ਤੇ ਤੇਸੇ ਨੇ ਆ, ਲੱਕੜ ਨੂੰ ਤੇਸੇ ਨੇ ਘੜਨਾ ਹੈ, ਪਰ ਤੇਸਾ ਚਲਾਉਣ ਵਾਲਾ ਵੀ ਤਾਂ ਚਾਹੀਦਾ ਹੈ। ਤੇਸਾ ਬੰਦੇ ਤੋਂ ਬਿਨਾਂ ਕਿਵੇਂ ਚੱਲੇਗਾ? ਭਾਵੇਂ ਅੱਜ ਕੱਲ੍ਹ ਮਸ਼ੀਨੀ ਯੁੱਗ ਆ ਗਿਆ ਹੈ, ਰੰਦਾ ਫੇਰਨਾ ਹੈ, ਭਾਵੇਂ ਮਸ਼ੀਨੀ ਰੰਦਾ ਆ ਗਿਆ, ਪਰ ਫੇਰਨ ਵਾਸਤੇ ਬੰਦਾ ਤਾਂ ਲਾਗੇ ਚਾਹੀਦਾ ਹੀ ਹੈ ਨਾ। ਬੰਦੇ ਤੋਂ ਬਿਨਾਂ ਮਸ਼ੀਨੀ ਰੰਦਾ ਵੀ ਕਿਵੇਂ ਫਿਰੇਗਾ? ਇਸੇ ਤਰ੍ਹਾਂ ਜੇ ਸ਼ਬਦ ਗੁਰੂ ਆ ਤੇ ਸ਼ਬਦ ਗੁਰੂ ਨੂੰ ਚਲਾਉਣ ਵਾਸਤੇ ਕੋਈ ਬੰਦਾ ਵੀ ਤਾਂ ਚਾਹੀਦਾ ਹੀ ਆ। ਜੇ ਸ਼ਬਦ ਬੀਜ ਵਾ ਤੇ ਬੀਜ ਵਿੱਚ ਕੋਈ ਸੁਗੰਧੀ ਥੋੜ੍ਹਾ ਹੁੰਦੀ ਹੈ, ਬੀਜ ਵਿੱਚ ਕੋਈ ਫੁੱਲ ਫਲ ਥੋੜ੍ਹਾ ਹੁੰਦੇ ਨੇ। ਕੱਲਾ ਬੀਜ ਧਰਤੀ ਤੋਂ ਬਿਨਾਂ ਕੀ ਕਰੇਗਾ? ਬੀਜ ਨੂੰ ਚਾਹੀਦੀ ਹੈ ਧਰਤੀ, ਕਹਿੰਦੇ ਨਾ, ਬੀਜ ਨੂੰ ਚਾਹੀਦੀ ਹੈ ਧਰਤੀ, ਧਰਤੀ ਨੂੰ ਚਾਹੀਦਾ ਪਾਣੀ, ਅਤੇ ਕਥਾ ਨੂੰ ਚਾਹੀਦੀ ਨਾਲ ਕਹਾਣੀ। ਕਹਾਣੀ ਤੋਂ ਬਿਨਾਂ ਕਥਾ ਕਿਵੇਂ ਸਿੱਧ ਕਰ ਦਿਓਗੇ ਤੁਸੀਂ? ਇਸੇ ਤਰ੍ਹਾਂ ਸ਼ਬਦ ਬੀਜ ਵਾ, ਅਤੇ ਇਹ ਸ਼ਬਦ ਨੂੰ ਬੀਜਣ ਵਾਸਤੇ ਇੱਕ ਬੰਦੇ ਦਾ ਹਿਰਦਾ ਚਾਹੀਦਾ, ਹਿਰਦੇ ਦੀ ਜ਼ਮੀਨ ਚਾਹੀਦੀ ਹੈ। ਇਹ ਸ਼ਬਦ ਨੂੰ ਬੀਜਣ ਵਾਸਤੇ ਇੱਕ ਮਨੁੱਖੀ ਸਰੀਰ ਚਾਹੀਦਾ, ਇੱਕ ਮਨੁੱਖੀ ਹਿਰਦਾ ਚਾਹੀਦਾ ਹੈ। ਤਾਂ ਹੀ ਸ਼ਬਦ ਅੱਗੇ ਵਧੇ ਫੁੱਲੇਗਾ, ਨਹੀਂ ਤਾਂ ਬੀਜ ਸ਼ਬਦ ਬੀਜ ਵਾ, ਉਹਨੂੰ ਬੀਜਣ ਵਾਸਤੇ ਤਾਂ ਕੋਈ ਚਾਹੀਦਾ ਹੀ ਹੈ ਨਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਉਸ ਸ਼ਬਦ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਵਾਸਤੇ ਇੱਕ ਸਰੀਰ ਦੀ ਥਾਪਣਾ ਕੀਤੀ ਹੈ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਨੇ ਵੀ, ਜੇ ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਸ਼ਬਦ ਗੁਰੂ ਨੇ, ਫਿਰ 10ਵੇਂ ਪਾਤਸ਼ਾਹ ਜੀ ਨੇ 5 ਪਿਆਰੇ ਕਿਉਂ ਥਾਪੇ? ਨਹੀਂ, ਸ਼ਬਦ ਬੀਜ ਵਾ, ਇਹਦੇ ਵਾਸਤੇ ਬੰਦੇ ਦੀ ਲੋੜ ਪੈਣੀ ਹੈ, ਬੰਦੇ ਦੇ ਹਿਰਦੇ ਵਿੱਚ ਹੀ ਉਗਣਾ ਹੈ। ਜਿਸ ਤਰ੍ਹਾਂ ਮੈਂ ਕਹਿੰਦਾ ਵੀ ਤੇਸੇ ਤੋਂ ਬਿਨਾਂ ਲੱਕੜ ਨੂੰ ਕਿਵੇਂ ਘੜੋਗੇ? ਤੇਸਾ ਵੀ ਚਾਹੀਦਾ ਅਤੇ ਤੇਸਾ ਚਲਾਉਣ ਵਾਲਾ ਵੀ ਚਾਹੀਦਾ, ਰੰਦਾ ਵੀ ਚਾਹੀਦਾ ਅਤੇ ਰੰਦੇ ਨੂੰ ਚਲਾਉਣ ਵਾਲਾ ਵੀ ਚਾਹੀਦਾ, ਸ਼ਬਦ ਵੀ ਚਾਹੀਦਾ ਅਤੇ ਸ਼ਬਦ ਨੂੰ ਅੱਗੇ ਸੁਣਾਉਣ ਵਾਲਾ ਵੀ ਚਾਹੀਦਾ ਹੈ। ਇਕੱਲਾ ਸ਼ਬਦ ਕੀ ਕਰੇਗਾ? ਇਸ ਕਰਕੇ ਸ਼ਬਦ ਗੁਰੂ ਆ, ਠੀਕ ਹੈ, ਪਰ ਸ਼ਬਦ ਬੰਦੇ ਤੋਂ ਬਿਨਾਂ ਕੁਛ ਨਹੀਂ ਕਰਦਾ। ਇਸ ਤਰ੍ਹਾਂ ਫਿਰ ਗੁਰੂ ਨਾਨਕ ਸਾਹਿਬ ਨੇ ਉਹ ਸ਼ਬਦ ਵੀ ਦੇ ਦਿੱਤਾ ਸ਼੍ਰੀ ਲਹਿਣਾ ਜੀ ਨੂੰ, ਅਤੇ ਗੁਰੂ ਵੀ ਥਾਪ ਦਿੱਤਾ। ਫਿਰ ਉੱਥੋਂ ਬਖਸ਼ਾਂ ਪ੍ਰਾਪਤ ਕਰਕੇ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਆਏ, ਅਤੇ ਉਹ ਇੰਨੇ ਕੁ ਅੰਦਰ ਧਿਆਨ 'ਚ ਮਗਨ ਹੋ ਗਏ ਨੇ, ਉਹ ਮੁੜ ਕੇ ਉਹਨਾਂ ਨੇ 12 ਸਾਲ ਗੁਰਿਆਈ ਕੀਤੀ, ਕਿਸੇ ਪਿੰਡ 'ਚ ਜਾ ਕੇ ਕੋਈ ਪ੍ਰਚਾਰ ਨਹੀਂ ਕੀਤਾ। ਕਹਿੰਦੇ ਬਸ ਅਸੀਂ ਅੰਦਰ ਰਹਿਣਾ ਹੈ, ਅੰਦਰ ਬਹਿਣਾ ਹੈ। ਉਹਨਾਂ ਦੇ ਨਾਲ ਲੋਕੀ ਕਹਿੰਦੇ ਨੇ ਉਹਨਾਂ ਨੇ ਮੱਲ ਖਾੜਾ ਰਚਿਆ ਸੀ, ਜਿਹੜੇ ਅੰਦਰੋਂ ਨਹੀਂ ਨਿਕਲਦੇ। ਹਾਂਜੀ, ਜਿਨ੍ਹਾਂ ਨੇ ਕੋਈ ਇੱਕ ਸ਼ਬਦ ਨਹੀਂ ਲੰਮਾ ਉਚਾਰਨ ਕੀਤਾ, ਸ਼ਲੋਕ ਉਚਾਰਨ ਕੀਤੇ ਨੇ, ਅਤੇ ਉਹਨਾਂ ਦਾ ਨਾਂ ਲੋਕੀ ਵਰਤ ਕੇ ਅੱਜ ਧਰਮ ਸਥਾਨਾਂ 'ਤੇ ਘੋਲ ਕਬੱਡੀਆਂ ਕਰਾਉਂਦੇ ਨੇ। ਮੁਸਲਮਾਨ ਨਮਾਜ਼ਾਂ ਪੜ੍ਹਦੇ ਨੇ, ਹਿੰਦੂ ਪੂਜਾ ਕਰਦੇ ਨੇ ਮੰਦਰਾਂ 'ਚ ਜਾ ਕੇ, ਈਸਾਈ ਚਰਚਾ ਕਰਦੇ ਨੇ ਚਰਚਾਂ 'ਚ ਜਾ ਕੇ, ਬੋਧੀ ਮੱਠਾਂ 'ਚ ਜਾ ਕੇ,
ਧਿਆਨ ਸਾਧਨਾ ਕਰਦੇ ਨੇ ਅਤੇ ਸਾਡੇ ਧਰਮ ਦੇ ਨਾਂ 'ਤੇ ਪੈਸਾ ਇਕੱਠਾ ਕਰਕੇ ਘੋਲ ਕਬੱਡੀਆਂ ਕਰਾਉਂਦੇ ਨੇ। ਤਾਈਓ ਤਾਂ ਗੁਰਦੁਆਰੇ ਤੁਹਾਡੇ ਫੇਲ ਹੋ ਗਏ ਨੇ। ਇਹ ਧਰਮ ਪ੍ਰਚਾਰ ਦੇ ਕੇਂਦਰ ਸੀ, ਇਹ ਫੇਲ ਕਰਦੇ ਤੁਸਾਂ ਲੋਕਾਂ ਨੇ। ਇੱਥੇ ਘੋਲ ਕਬੱਡੀਆਂ ਤੁਸਾਂ ਵਾੜ ਦਿੱਤੀਆਂ ਹੋਈਆਂ ਨੇ। ਨਹੀਂ 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 ਨਹੀਂ, ਘੋਲ ਕਬੱਡੀ ਮਾਰੀ ਨਹੀਂ ਹੈ, ਪਰ ਤੁਸੀਂ ਧਰਮ ਦੇ ਨਾਂ 'ਤੇ ਇਸ ਤਰ੍ਹਾਂ ਕਰੋ। ਫਿਰ ਗੁਰੂ ਅੰਗਦ ਸਾਹਿਬ ਦੇ ਨਾਲ ਆਖੋ ਮੱਲ ਅਖਾੜਾ ਕਰਦੇ ਸੀ ਉਹ, ਜਿਹੜੇ ਅੰਦਰੋਂ ਨਹੀਂ ਨਿਕਲਦੇ ਸੀ ਉਹ ਅਖਾੜੇ ਕਿੱਥੋਂ ਲਾ ਲਏ ਉਹਨਾਂ ਨੇ, ਜਿਹੜੇ ਸਾਰੀ ਜ਼ਿੰਦਗੀ ਇੱਕ ਪਿੰਡ 'ਚ ਨਹੀਂ ਗਏ ਪ੍ਰਚਾਰ ਕਰਨ ਵਾਸਤੇ, ਅਤੇ ਉਹਨਾਂ ਨੂੰ ਤੁਸੀਂ ਕਹਿੰਦੇ ਮੱਲ ਅਖਾੜੇ ਕਰਦੇ ਸੀ। ਤੁਸੀਂ ਗੁਰਦੁਆਰਾ ਹੀ ਪਾ ਲਿਆ ਮੱਲ ਅਖਾੜਾ ਸਾਹਿਬ। ਨਹੀਂ ਨਹੀਂ ਨਹੀਂ, ਮੈਂ ਤਾਂ ਕੱਲ੍ਹ ਵੀ ਗਿਆ ਸੀ ਵੀ 2 ਸਾਣ ਘੁਲਦੇ ਹੋਣ ਨਾ, ਅਤੇ ਲੋਕ ਡੰਡੇ ਲੈ ਕੇ ਆਉਂਦੇ ਵੀ ਘੁਲਦੇ ਇਹਨਾਂ ਨੂੰ ਢਾਈਏ, ਅਤੇ 2 ਬੰਦੇ ਘੁਲਦੇ ਹੋਣ ਅਤੇ ਲੋਕ ਪੈਸਾ ਇਕੱਠਾ ਕਰਕੇ ਉਹਨਾਂ ਤੋਂ ਸੁੱਟਦੇ ਨੇ। ਬੜੇ ਸਿਆਣੇ ਬੰਦੇ ਨੇ। ਇੱਥੇ ਫਿਰ ਆਣ ਕੇ ਗੁਰੂ ਅੰਗਦ ਸਾਹਿਬ ਨੇ ਬੱਚਿਆਂ ਨੂੰ ਵਿੱਦਿਆ ਦਿੱਤੀ। ਫਿਰ ਖਡੂਰ ਸਾਹਿਬ ਦੀ ਧਰਤੀ 'ਤੇ ਫਿਰ ਇੱਥੇ 12 ਸਾਲ ਆਣ ਕੇ ਗੁਰੂ ਅਮਰਦਾਸ ਨੇ ਘਾਲਣਾ ਘਾਲੀ। ਫਿਰ ਸੱਚੇ ਪਾਤਸ਼ਾਹ ਫਾਨੀ ਸੰਸਾਰ ਤੋਂ ਕੂਚ ਕਰ ਗਏ ਆਪਣੇ ਥਾਂ 'ਤੇ, ਫੇਰ ਵਸਾਇਆ। ਫੇਰ ਆਣ ਸਤਿਗੁਰੂ ਖਡੂਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਅਤੇ ਉਸ ਤੋਂ ਬਾਅਦ ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਦਿੱਤਾ ਛੋੜ ਕਰਤਾਰਪੁਰ। ਬੈਠ ਖਡੂਰੇ ਜੋਤ ਜਗਾਈ, ਜੋਤ ਜਗਾਈ। ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ। ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ। ਦਾਤ ਜੋਤ ਖਸਮੈ ਵਡਿਆਈ। ਆਪਣੇ ਸਥਾਨ 'ਤੇ ਤੀਸਰੇ ਪਾਤਸ਼ਾਹ ਨੂੰ ਬਿਠਾ ਕੇ ਮੱਥਾ ਟੇਕ ਕੇ ਇਹ ਫਾਨੀ ਸੰਸਾਰ ਤੋਂ ਧੰਨ ਗੁਰੂ ਅੰਗਦ ਸਾਹਿਬ ਜੀ ਕੂਚ ਕਰ ਗਏ। ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਸੀ, ਅਤੇ ਮੈਂ ਕਿਹਾ ਚਲੋ 2 ਗੱਲਾਂ ਉਹਨਾਂ ਦੇ ਜੀਵਨ ਬਾਰੇ ਕਹਿ ਦਈਏ। ਸਭ ਨੂੰ ਵਧਾਈਆਂ ਹੋਣ ਸੱਚੇ ਪਾਤਸ਼ਾਹ ਦੇ ਇਸ ਪੁਰਬ ਦੀਆਂ। ਗੁਰੂ ਅੰਗਦ ਸਾਹਿਬ ਨੇ ਲਿਪੀ ਨੂੰ ਸਾਂਭਿਆ, ਬੱਚਿਆਂ ਨੂੰ ਕਲਮਾਂ ਕੱਢ ਕੇ ਦਿੱਤੀਆਂ, ਦਵੈਤਾਂ ਦਿੱਤੀਆਂ, ਸਾਹੀਆਂ ਤਿਆਰ ਕਰਕੇ ਦਿੱਤੀਆਂ, ਤਾਂ ਕਿ ਇਹ ਸ਼ਬਦ ਨੂੰ ਅੱਗੇ ਪ੍ਰਚਾਰਿਆ ਅਤੇ ਪ੍ਰਸਾਰਿਆ ਜਾ ਸਕੇ। ਸ਼ਬਦ ਕਲਮ ਤੋਂ ਬਿਨਾਂ, ਕਾਗਜ਼ ਤੋਂ ਬਿਨਾਂ ਨਹੀਂ ਪ੍ਰਸਾਰਿਆ ਅਤੇ ਪ੍ਰਚਾਰਿਆ ਜਾ ਸਕਦਾ।